ਤਾਂ ਪਵਿੱਤਰ ਹੋ ਸਕਦੇ ਨੇ। ਭਰੀਐ ਮਤ ਪਾਪਾਂ ਕੈ ਸੰਗ। ਹੁਣ ਜਿਨ੍ਹਾਂ ਦੀ ਅੰਤਰੀਵ ਮਤ ਸੂਖਸ਼ਮ ਪਾਪਾਂ ਨਾਲ ਭਰ ਗਈ ਅੰਦਰੋਂ, ਬਾਹਰੋਂ ਤਾਂ ਦੇਖਣ ਨੂੰ ਬੰਦਾ ਚੰਗਾ ਲੱਗਦਾ, ਪਰ ਅੰਦਰੋਂ ਆਪਾਂ ਕਹਿੰਦੇ ਆ ਗਿਆ ਵੀ ਕਾਲੇ ਮਨ ਵਾਲਾ। ਭਾਵੇਂ ਰੰਗ ਉਹਦਾ ਕਿੰਨਾ ਹੀ ਗੋਰਾ ਹੋਵੇ, ਸੋਹਣਾ ਹੋਵੇ, ਪਰ ਆਪਾਂ ਕਹਿੰਦੇ ਆ ਗਿਆ ਕਾਲੇ ਮਨ ਵਾਲਾ। ਜਾਂ ਉਹਨੂੰ ਕਹਿੰਦੇ ਮੂੰਹ ਕਾਲਾ ਕਰਿਆ ਆ, ਰੰਗ ਤਾਂ ਇਹਦਾ ਬੜਾ ਗੋਰਾ, ਇਹ ਕਾਲਾ ਮੂੰਹ ਕਿੱਥੋਂ ਕਰਿਆ। ਇਸੇ ਕਰਕੇ ਮਹਾਰਾਜ ਕਹਿੰਦੇ ਜੇ ਮਤ ਪਾਪਾਂ ਦੇ ਨਾਲ ਭਰ ਜਾਏ ਸੱਜਣ ਠੱਗ ਦੀ ਤਰ੍ਹਾਂ, ਉਹ ਧੋਪੈ ਨਾਵੈ ਕੈ ਰੰਗ, ਉਹ ਫਿਰ ਨਾਮ ਦੇ ਰੰਗ ਨਾਲ ਹੀ ਸਿਰਫ ਧੋਤੀ ਜਾ ਸਕਦੀ ਹੈ। ਨਾਮ ਨਾਲ ਹੀ ਮਤ ਪਵਿੱਤਰ ਹੁੰਦੀ ਹੈ, ਸੂਖਸ਼ਮ ਮੈਲ ਨਾਮ ਨਾਲ ਹੀ ਉਤਰ ਸਕਦੀ ਹੈ। ਇਹ ਤਾਂ ਜੇ ਗੱਲ ਇਹ ਆ ਵੀ ਜੇ ਆਪਾਂ ਉਸ ਲਾਈਨ ਤੇ ਚੱਲੀਏ, ਅਭਿਆਸੀ ਬਣੀਏ, ਆਪ ਵੀ ਨਾਮ ਜਪੀਏ, ਤਾਂ ਗੱਲ ਬਣੀ। ਦੇਖੋ ਕਥਾ ਭਾਵੇਂ ਸਾਰੀ ਜ਼ਿੰਦਗੀ ਸੁਣੀ ਜਾਓ, ਪਰ ਜਦ ਤੱਕ ਤੁਹਾਡਾ ਆਪਣਾ ਨਿਤਨੇਮ ਨਹੀਂ, ਪੰਜ ਬਾਣੀਆਂ ਦੀ ਤਾਂ ਕਦੇ ਗੱਲ ਹੀ ਨਾ ਕਰਿਓ, ਇਹ ਤਾਂ ਪੜ੍ਹਨੀਆਂ ਨੇ, ਇਹ ਤਾਂ ਛੱਡ ਹੀ ਦਿਓ। ਮੈਂ ਪੰਜ ਬਾਣੀਆਂ ਤਾਂ ਗੱਲ ਹੀ ਨਹੀਂ ਕਰ ਰਿਹਾ, ਮੈਂ ਤਾਂ ਇਦੋਂ ਵੱਖਰੀ ਗੱਲ ਕਰਦਾ। ਘੱਟ ਤੋਂ ਘੱਟ, ਬਹੁਤ ਘੱਟ ਵੀ ਕਰਨੇ ਹੁਣ ਤਾਂ ਪੰਜ ਜਪਜੀ ਸਾਹਿਬ ਦੇ ਪਾਠ ਤਾਂ ਹੋਣੇ ਹੀ ਚਾਹੀਦੇ ਆਪਣੇ ਰੋਜ਼। ਇਹ ਸਰਨਾ ਨਹੀਂ ਗ੍ਰਸਤੀ ਬੰਦੇ, ਉਹ ਤੁਹਾਡਾ ਸਰਨਾ ਨਹੀਂ ਪੰਜ ਪਾਠਾਂ ਬਿਨਾਂ। ਆ ਜਿੰਨਾ ਆਪਾਂ ਕਰਦੇ ਆ ਕਈ ਗੱਲਾਂ, ਇਹ ਪੰਜ ਪਾਠਾਂ ਬਿਨਾਂ ਸਹੀ ਨਹੀਂ ਲੱਗਣੀ ਗੱਲ। ਫਿਰ 10 ਪਾਠ 15 ਪਾਠ, ਇਹ ਨਾ ਆਖੋ ਵੀ ਕੋਈ ਕਰਦਾ ਹੀ ਨਹੀਂ, ਬਹੁਤ ਕਰ ਰਹੇ ਨੇ ਪ੍ਰੇਮੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਦਾ ਆਨੰਦ ਤਾਂ ਆਉਣਾ ਜੇ ਆਪ ਖੁਦ ਅਭਿਆਸੀ ਬਣੋ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧੇ ਕੋ ਜਾਵੋ। ਬਿਨਾਂ ਕਿਸੇ ਗੱਲ ਤੋਂ ਐਵੇਂ ਉੱਠ ਕੇ ਜੇ ਕਥਾ ਸੁਣਨ ਆ ਗਏ, ਆਪਾਂ ਕਥਾ 'ਚ ਤਰਕਾਂ ਹੀ ਕਰੀ ਜਾਵਾਂਗੇ। ਫਿਰ ਆਹ ਨਹੀਂ ਠੀਕ, ਆਹ ਨਹੀਂ ਠੀਕ। ਜਿੱਥੇ ਪ੍ਰੇਮ ਹੁੰਦਾ ਉੱਥੇ ਕੋਈ ਚੀਜ਼ ਮਾੜੀ ਲੱਗਦੀ ਹੀ ਨਹੀਂ। ਜਿੱਥੇ ਪ੍ਰੇਮ ਨਹੀਂ ਹੁੰਦਾ ਉੱਥੇ ਬੰਦਾ ਫਿਰ ਤਰਕਾਂ ਸ਼ੁਰੂ ਕਰ ਦਿੰਦਾ। ਇਸ ਕਰਕੇ ਬਈ ਆਪਣਾ ਅਭਿਆਸ ਵਧਾਓ ਵੱਧ ਤੋਂ ਵੱਧ। ਬਸ ਪਰਮੇਸ਼ਰ ਨੂੰ 3 ਘੰਟੇ ਰੋਜ਼ ਦੇਣੇ ਆ, ਚਾਹੇ ਜੋ ਮਰਜ਼ੀ ਕਰੋ। 3 ਘੰਟਿਆਂ 'ਚ ਚਾਹੇ ਜਪਜੀ ਸਾਹਿਬ ਦੇ ਪਾਠ ਕਰੀ ਜਾਓ, ਚਾਹੇ ਮੂਲ ਮੰਤਰ, ਚਾਹੇ ਸੁਖਮਨੀ ਸਾਹਿਬ ਦਾ ਪਾਠ, ਚਾਹੇ 3 ਘੰਟੇ 'ਚ 5 ਗ੍ਰੰਥੀ ਪੜ੍ਹ ਲਓ ਸਾਰੀ, ਚਾਹੇ 3 ਘੰਟੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰ ਲਓ। 3 ਘੰਟੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੇ ਲਾਉਣੇ ਹੀ ਲਾਉਣੇ ਐ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਉਹ ਧੋਪੈ ਨਾਵੈ ਕੈ ਰੰਗ। ਫਿਰ ਬੁੱਧੀ ਦੇ ਉੱਤੋਂ ਮਲੀਨਤਾ ਜਿਹੜੀ ਉਤਰਨੀ ਸ਼ੁਰੂ ਹੁੰਦੀ ਹੈ, ਤਾਂ ਜਾ ਕੇ ਕਿਤੇ ਸੋਝੀ ਪੈਂਦੀ ਹੈ ਕਿ ਗੁਰੂ ਘਰ ਕੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਨੇ, ਸੰਗਤ ਵਿੱਚ ਕਿੰਨਾ ਫਰਕ ਪੈਂਦਾ ਆ ਕੇ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਆਓ ਆਪਣੀ ਬੁੱਧੀ ਨੂੰ ਨਾਮ ਦੇ ਰੰਗ ਨਾਲ ਧੋਣਾ ਕਰੀਏ। ਵਾਹਿਗੁਰੂ 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 ਵਾਹਿਗੁਰੂ। ਗੁਰਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰ ਰਹੇ ਨੇ। ਸਿੱਧਾ ਨੇ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਬਸ ਨਾਮ ਦੀ ਮਹਿਮਾ ਕੀਤੀ ਵੀ ਨਾਮ ਨਾਲ ਹੀ ਬੰਦਾ ਤਰ ਸਕਦਾ, ਹੋਰ ਕਿਸੇ ਚੀਜ਼ ਦੀ ਮਹਿਮਾ ਨਹੀਂ ਕੀਤੀ ਹੈ। ਮਹਾਰਾਜ ਕਹਿੰਦੇ ਹੋਰ ਕਿਹੜੀਆਂ ਚੀਜ਼ਾਂ ਨੇ? ਕਹਿੰਦੇ ਮਹਾਰਾਜ ਜਿਵੇਂ ਤੀਰਥਾਂ ਦੇ ਉੱਤੇ ਨਹਾਉਣਾ ਜਾ ਕੇ, ਇਹਦਾ ਕੋਈ ਫਲ ਨਹੀਂ। ਤਪ ਕਰਨੇ ਆ, ਦਇਆ ਕਰਨੀ ਹੈ, ਇੰਦਰੀਆਂ ਦਾ ਦਮਨ ਕਰਨਾ, ਦਾਨ ਦੇਣਾ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇਹਨਾਂ ਦਾ ਤੁਸੀਂ ਕੋਈ ਮਹਾਤਮ ਕਥਨ ਨਹੀਂ ਕੀਤਾ, ਤੁਸੀਂ ਸਿਰਫ ਨਾਮ ਦੀ ਮਹਿਮਾ ਕਹੀ ਜਾਂਦੇ ਹੋ। ਮਹਾਰਾਜ ਕਹਿੰਦੇ ਨਾਮ ਦਾ ਅਸਲ ਵਿੱਚ ਇਸ ਕਰਕੇ ਮਹਿਮਾ ਕੀਤੀ ਕਿਉਂਕਿ ਜਿਹੜੇ ਤੁਹਾਡੇ ਇਹ ਤੀਰਥ ਤਪ ਆਦਿਕ ਨੇ ਨਾ, ਇਹਨਾਂ ਦਾ ਜਿਹੜਾ ਫਲ ਹੈ ਇਹ ਬਹੁਤ ਥੋੜਾ ਹੈ। ਕਿੰਨਾ ਕੁ ਫਲ ਹੈ? ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤਿਲਕ ਜਿੰਨਾ ਮਾਣ ਮਿਲਦਾ। ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਰਾਜਸੀ ਤਾਮਸੀ ਸ਼ਾਂਤ ਕੀ ਤਪ ਕਰਨੇ, ਜੀਵਾਂ ਉੱਤੇ ਦਇਆ ਕਰਨੀ, ਦਤ ਇੰਦਰੀਆਂ ਦਾ ਦਮਨ ਕਰਨਾ। ਦਤ ਦਾ ਅਰਥ ਦੇਣਾ ਵੀ ਹੈ, ਦੇਣਾ ਦਾਨ, ਦਾਨ ਦੇਣਾ।
ਇਹਦੇ ਨਾਲ ਬੰਦੇ ਨੂੰ ਬਹੁਤੇ ਤੋਂ ਬਹੁਤਾ ਤਿਲਕ ਜਿੰਨਾ ਮਾਣ ਆਦਰ ਮਿਲ ਜਾਂਦਾ ਵੀ ਅੱਛਾ ਹੈ। ਸੋ ਜਾਂ ਫਿਰ ਜੇ ਕੋਈ ਜਾ ਕੇ ਤੀਰਥਾਂ ਦੇ ਉੱਤੇ ਤਪ ਕਰ ਲਵੇ, ਕੋਈ ਦਇਆ ਕਰ ਲਵੇ ਕਿਸੇ ਖਾਸ ਪੁਰਬ ਤੇ, ਉਹਨੂੰ ਇੱਕ ਤਿਲ ਦਾ ਇੱਕ ਮਾਣਕ ਜਿੰਨਾ ਫਲ ਮਿਲ ਜਾਂਦਾ। ਚਲੋ ਇਹ ਮੰਨ ਲੈਂਦੇ ਆ। ਪਰ ਜਿਹੜੀ ਇਹ ਜੀਵ ਦੀ ਗਤੀ ਹੋਣੀ ਹੈ, ਜਿਹੜੀ ਕਲਿਆਣ ਹੋਣੀ ਹੈ, ਜਿਹੜੀ ਅੰਦਰਲੀ ਸ਼ੁੱਧਤਾ ਹੋਣੀ ਹੈ, ਸ਼ੁੱਧਤਾ ਇਹ ਚੀਜ਼ਾਂ ਨਹੀਂ ਦਿੰਦੀਆਂ। ਤੀਰਥ ਵਰਤਰ ਦਾਨ ਕਰ ਮਨ ਮਹਿ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਜਰ ਇਸ਼ਨਾਨ। ਮਹਾਰਾਜ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੰਦੇ ਨੂੰ ਹੰਕਾਰ ਜ਼ਿਆਦਾ ਦਿੰਦੀਆਂ ਨੇ। ਤੀਰਥਾਂ ਤੇ ਨਹਾਤਾ ਜਿਹੜਾ ਹੈ ਉਹ ਹੰਕਾਰ ਬਹੁਤਾ ਕਰਦਾ। ਜੇ ਕੋਈ ਨਹਾ ਵੀ ਆਇਆ ਨਾ ਕਿਤੇ ਠਾੜ ਤੀਰਥਾਂ ਤੇ ਪਹਿਲਾਂ ਨਹਾ ਕੇ ਆਉਂਦਾ ਸੀ, ਉਹ ਦੁਨੀਆ 'ਚ ਚਰਚਾ ਕਰਾਉਂਦਾ ਸੀ ਵੀ ਮੈਂ ਤੀਰਥ ਤੇ ਨਹਾਤਾ ਹੋਇਆ, ਠਾੜ ਤੀਰਥਾਂ ਤੇ ਗਿਆ, ਮੈਂ ਤਪ ਕਰਦਾ ਹਾਂ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹਨਾਂ ਚੀਜ਼ਾਂ ਨਾਲ ਹੰਕਾਰ ਵਿੱਚ ਵਾਧਾ ਹੁੰਦਾ। ਫਿਰ ਮਹਾਰਾਜ ਮਨ ਦੀ ਇਕਾਗਰਤਾ ਟਿਕਾਓ ਕਿਵੇਂ ਪ੍ਰਾਪਤ ਹੋ ਸਕਦਾ, ਪ੍ਰੇਮ ਕਿਵੇਂ ਮਿਲੇ, ਪ੍ਰਕਾਸ਼ ਕਿਵੇਂ ਹੋਵੇ। ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਵੱਡਾ ਕਰਮ ਇਹ ਹੈ ਕਿ ਸੁਣਿਆ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਸੁਣਿਆ ਹੈ, ਗੁਰਬਾਣੀ ਨੂੰ ਸੁਣਨਾ, ਉਪਦੇਸ਼ ਨੂੰ ਸੁਣਨਾ, ਨਾਮ ਨੂੰ ਸੁਣਨਾ, ਮੰਨਿਆ, ਮਨ ਦੇ ਅੰਦਰ ਉਪਦੇਸ਼ ਦਾ ਮੰਨਣ ਕੀਤਾ, ਹਿਰਦੇ 'ਚ ਉਪਦੇਸ਼ ਨੂੰ ਮੰਨਿਆ ਹੈ। ਇੱਕ ਮੰਨਣ ਕਰਨਾ ਹੁੰਦਾ, ਮੇਰਾ ਮਨ ਮੰਨ ਗਿਆ ਹੈ, ਮਨ ਕੀਤਾ ਭਾਉ। ਫਿਰ ਮਨ ਦੇ ਅੰਦਰ ਜਿਨ੍ਹਾਂ ਨੇ ਪ੍ਰੇਮ ਕੀਤਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਸੁਣਿਆ, ਮੰਨਿਆ, ਪ੍ਰੇਮ ਕੀਤਾ, ਉਹਨਾਂ ਦੇ ਮਨਾਂ ਦੇ ਵਿੱਚ ਹੀ ਭਾਵ ਤੋਂ ਭਾਵ ਪ੍ਰਕਾਸ਼ ਹੁੰਦਾ। ਜੇ ਪ੍ਰੇਮ ਪੈਦਾ ਹੋ ਗਿਆ, ਗੁਰੂ ਦੇ ਉਪਦੇਸ਼ ਨੂੰ ਸੁਣਿਆ, ਸੁਣ ਕੇ ਅੱਜ ਹੀ ਮੰਨ ਲਿਆ, ਜਿਹੜਾ ਬਚਨ ਮਹਾਰਾਜ ਨੇ ਅੱਜ ਕਹਿ ਦਿੱਤਾ ਉਹ ਅੱਜ ਹੀ ਮੰਨ ਕੇ ਚੱਲਣਾ, ਕਿਉਂਕਿ ਕੱਲ ਨੂੰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਕੱਲ ਨੂੰ ਕਹਿੰਦੇ ਆਪਾਂ ਕੱਲ ਨੂੰ ਕਰਾਂਗੇ, ਇਹ ਕੱਲ ਨਾਮ ਕਾਲ ਦਾ ਹੈ, ਅੱਜ ਕੱਲ ਕਰਦਿਆਂ ਕਾਲ ਵਿਆਪੈ। ਜੋ ਬਚਨ ਮਹਾਰਾਜ ਨੇ ਕਿਹਾ ਸੋ ਅੱਜ ਹੀ ਕਮਾਉਣਾ ਹੈ। ਅੰਤਰਗਤ ਤੀਰਥ ਮਲ ਨਹਾਓ। ਮਹਾਰਾਜ ਕਹਿੰਦੇ ਅੰਦਰੋਂ ਹੀ ਅੰਦਰ ਗਤ ਪ੍ਰਾਪਤ ਹੋ ਜਾਂਦਾ ਹੈ ਤੀਰਥ। ਫਿਰ ਅੰਦਰ ਹੀ ਤੀਰਥ ਹੈ। ਜਿਨ੍ਹਾਂ ਬੰਦਿਆਂ ਨੇ ਸੰਸਾਰ ਦੇ ਅੰਦਰ ਆਪਣੇ ਗੁਰੂ ਸਾਹਿਬ ਦੇ ਬਚਨ ਨੂੰ ਸੁਣਿਆ, ਅੰਦਰ ਮੰਨਿਆ, ਮੰਨ ਕੇ ਪ੍ਰੇਮ ਕੀਤਾ, ਕਮਾਈ ਕੀਤੀ ਹੈ, ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਉ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਦੁੱਖ ਪਰ ਹਰ ਸੁਖ ਘਰ ਲੈ ਜਾਏ, ਅੰਤਰਗਤ ਤੀਰਥ ਮਲ ਨਹਾਓ। ਉਹਨਾਂ ਨੂੰ ਅੰਦਰ ਹੀ ਤੀਰਥ ਪ੍ਰਾਪਤ ਹੋ ਜਾਂਦਾ, ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਇੱਕ ਸੂਖਮ ਚੀਜ਼ ਹੈ। ਜਿਵੇਂ ਧਰਤੀ ਦਾ ਨਕਸ਼ਾ ਆਪਾਂ ਬਣਾ ਲਈਏ ਜਾਂ ਗੋਲ ਜਿਹਾ ਗਲੋਬ ਜਿਹਾ ਹੁੰਦਾ, ਉਹ ਸਾਰੀ ਧਰਤੀ ਉਹਦੇ ਤੇ ਹੁੰਦੀ। ਵੈਸੇ ਤਾਂ ਸਾਰੀ ਕੁੱਲ ਨਕਸ਼ਾ ਉਹਦੇ ਤੇ ਛਪਿਆ ਹੁੰਦਾ। ਇੱਥੇ ਪਾਣੀ ਹੈ, ਇੱਥੇ ਆਸਟ੍ਰੇਲੀਆ, ਇੱਥੇ ਅਮਰੀਕਾ, ਹਿੰਦੁਸਤਾਨ ਹੈ। ਉਹ ਧਰਤੀ ਦਾ ਛੋਟਾ ਰੂਪ ਹੈ ਇੱਕ ਬਣਾਇਆ ਹੋਇਆ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸਰੀਰ ਦੇ ਅੰਦਰ ਵੀ 68 ਤੀਰਥ ਨੇ, ਸਰੀਰ ਦੇ ਬਾਹਰ ਵੀ 68 ਤੀਰਥ ਨੇ। ਹਰ ਚੀਜ਼ ਜਿਹੜੀ ਬਾਹਰ ਹੈ ਉਹੀ ਚੀਜ਼ ਹਰ ਅੰਦਰ ਹੈ। ਜੇ ਤਾਰੇ, ਚੰਦਰਮਾ, ਸੂਰਜ ਬਾਹਰ ਨੇ ਤਾਂ ਅੰਦਰ ਵੀ ਨੇ। ਮਾਂ ਬਾਪ, ਭੈਣ ਭਰਾ ਜੇ ਬਾਹਰ ਨੇ ਤਾਂ ਅੰਦਰ ਵੀ ਨੇ। ਮਤ, ਮਾਤਾ, ਪਿਤਾ, ਸੰਤੋਖ ਇਹ ਅੰਦਰ ਵੀ ਹਨ। ਜਿੰਨੀਆਂ ਚੀਜ਼ਾਂ ਆਪਾਂ ਬਾਹਰ ਦੇਖਦੇ ਹਾਂ, ਜੇ ਬੁਰਾਈਆਂ ਬਾਹਰ ਨੇ ਤਾਂ ਬੁਰਾਈਆਂ ਸਰੀਰ ਵਿੱਚ ਵੀ ਨੇ, ਚੰਗਿਆਈਆਂ ਬਾਹਰ ਨੇ ਤਾਂ ਚੰਗਿਆਈਆਂ ਸਰੀਰ ਦੇ ਅੰਦਰ ਵੀ ਨੇ। ਅੰਮ੍ਰਿਤ ਬਾਹਰ ਵੀ ਹੈ, ਅੰਮ੍ਰਿਤ ਅੰਦਰ ਵੀ ਹੈ। ਜੇ ਗੁਰਬਾਣੀ ਬਾਹਰ ਹੈ ਤਾਂ ਗੁਰਬਾਣੀ ਅੰਦਰ ਵੀ ਆਪਣੇ ਹੈਗੀ ਹੈ। ਜੇ ਨਾਮ ਬਾਹਰ ਹੈ
ਬਿਨ ਨਾਵੈ ਨਾਹੀ ਕੋ ਥਾਉ, ਤਾਂ ਨਾਮ ਅੰਦਰ ਹੁਣ ਵੀ ਹੈ। ਇਹ ਨਹੀਂ ਕਿ ਆਪਾਂ ਹੁਣ ਇਹ ਕਹਿ ਦਈਏ ਮੇਰੇ ਅੰਦਰ ਨਹੀਂ ਹੈ, ਅੰਦਰ ਤਾਂ ਆਪਣੇ ਸਾਰਾ ਕੁਝ ਹੀ ਹੈ। 68 ਤੀਰਥ ਅੰਦਰ ਹੀ ਇਸ਼ਨਾਨ ਕਰਾ ਦਿੰਦੇ ਨੇ, ਸਾਰੀਆਂ ਚੀਜ਼ਾਂ ਅੰਦਰ ਹੀ ਪ੍ਰਾਪਤ ਹੋ ਜਾਂਦੀਆਂ ਨੇ। ਮਹਾਰਾਜ ਨੇ ਜਿਵੇਂ ਬਚਨ ਕੀਤਾ ਹੈ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਸਭ ਕਿਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਈ। ਬਾਹਰ ਭਾਲਣ ਵਾਲਾ ਜਿਹੜਾ ਜੀਵ ਹੈ ਉਹਨੂੰ ਬਾਹਰ ਕਿੱਥੇ ਕੁ ਤੱਕ ਬਾਹਰ ਖੋਜਣ ਜਾਓਗੇ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਮਦ ਜਮ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਮਹਾਰਾਜ ਕਹਿੰਦੇ ਹਿਰਦੇ 'ਚ ਦੇਖੋ ਧਿਆਨ ਨਾਲ, ਤੀਰਥ ਅੰਦਰ ਹੈ ਆਪਣੇ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਅੰਦਰ ਜਿਹੜਾ ਹੈ ਮਲ ਮਲ ਕੇ ਨਹਾਓ, ਮਲ ਮਲ ਕੇ ਨਹਾਓ। ਅੰਦਰ ਬਾਰ-ਬਾਰ ਜਿਹੜਾ ਇਸ਼ਨਾਨ ਕਰੋ। ਅੰਤਰਾਤਮੇ ਇਸ਼ਨਾਨ ਕਰਨਾ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਦੱਸਿਆ ਪਹਿਲੀ ਵਾਰ। ਇਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ। ਇੰਨਾ ਉਹ ਕਲਯੁਗ 'ਚ 68 ਤੀਰਥ ਨਹਾਉਣ ਜਾਓ, ਕਈ ਸਾਲ ਲੰਘ ਜਾਣੇ ਆ, ਮਿਲਣਾ ਫੇਰ ਕੁਛ ਨਹੀਂ। ਨਾਲੇ ਇਹ ਆਪਾਂ ਕਿਸੇ ਦੀ ਇਹਦੇ ਵਿੱਚ ਇਹ ਨਹੀਂ ਕਰ ਰਹੇ ਕਿ ਹੇਠੀ ਕਰਦੇ ਹਾਂ। ਇੱਕ ਵਾਰੀ ਇੱਕ ਤੀਰਥ ਹੈ, ਜਲਵਾਣਾ ਪਿੰਡ ਪੈਂਦਾ ਹਰਿਆਣੇ 'ਚ, ਉੱਥੇ ਗਏ ਜਦੋਂ ਅਸੀਂ, ਕਹਿੰਦੇ ਇੱਥੇ ਇੱਕ ਤੀਰਥ ਹੈ, 68 ਤੀਰਥਾਂ 'ਚੋਂ ਅਸੀਂ ਕਿਹਾ ਦੇਖ ਕੇ ਆਈਏ ਤੀਰਥ। ਜਦ ਗਏ ਤਾਂ ਉਹ ਸਾਰੀਆਂ ਇੱਟਾਂ ਉੱਟਾਂ ਡਿੱਗੀਆਂ ਪਈਆਂ, ਪਾਣੀ ਸੁੱਕਿਆ ਪਿਆ, ਮਾੜਾ ਜਿਹਾ ਪਾਣੀ ਖੜਾ ਉਹਦੇ 'ਚ, ਬਹੁਤ ਬੁਰੀ ਹਾਲਤ ਹੈ ਉਹਦੀ। ਉੱਥੇ ਮਿਲੇ ਜਾ ਕੇ ਪੁਜਾਰੀ ਨੂੰ, ਮੈਂ ਕਿਹਾ ਆਹ ਜਿਹੜਾ 68 ਤੀਰਥ ਇੰਨੇ ਮਸ਼ਹੂਰ ਹੈ, ਇਹਨੂੰ ਕੋਈ ਬਣਾਉਂਦਾ ਨਹੀਂ ਗਾ, ਕੋਈ ਪਾਣੀ ਨਹੀਂ ਭਰਦਾ ਇਹਦੇ 'ਚ। ਕਹਿੰਦਾ ਬਸ ਆਹੀ ਬੁਰਾ ਹੀ ਹਾਲ ਹੈ। ਕਹਿੰਦਾ ਬਸ ਮੈਂ ਇੱਥੇ ਬੈਠਾ ਰਹਿਣਾ, ਕਦੇ ਕਦਾਈ ਕੋਈ ਆਉਂਦਾ ਇੱਕ ਡੱਬਾ ਭਰ ਕੇ ਉੱਤੇ ਪਾ ਲੈਂਦਾ ਆਪਣੇ, ਜਿਲਬ ਜੀ ਜੰਮੀ ਸਾਰੇ ਪਾਸੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੀਰਥ ਰਾਜਾ ਰੂਪ ਨਾਮ ਦੇ ਤੀਰਥ ਬਣਾਏ ਨੇ, ਜਿਹੜੇ ਸ਼੍ਰੋਮਣੀ ਤੀਰਥ ਬਣਾਏ ਨੇ, ਇਹਨਾਂ ਦੇ ਉੱਤੇ ਇਸ਼ਨਾਨ ਕਰੋ। ਹਿਰਦੇ 'ਚ ਇਸ਼ਨਾਨ ਕਰੋ ਆਪਣੇ 'ਚ। ਹਿਰਦੇ ਦਾ ਇਸ਼ਨਾਨ ਜਿਹੜਾ ਹੈ ਉਹ ਸੁਣਨ ਨਾਲ, ਮੰਨਣ ਨਾਲ, ਕਮਾਉਣ ਨਾਲ ਹੀ ਹੋ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅੰਦਰਲਾ ਇਸ਼ਨਾਨ ਹੁੰਦਾ ਬੰਦੇ ਦਾ, ਤੇ ਫਿਰ ਹੌਲੀ ਹੌਲੀ ਹੰਕਾਰ ਨਹੀਂ ਹੁੰਦਾ। ਤੁਸੀਂ ਕਹਿੰਦੇ ਹੋ ਤੀਰਥ, ਸਿੱਧ ਚਲਾਕ ਬਹੁਤ ਨੇ, ਦਿਮਾਗੀ ਬੰਦੇ ਨਾਲ ਟੱਕਰ ਲੈਣੀ ਥੋੜੀ ਔਖੀ ਹੁੰਦੀ ਹਰੇਕ ਨੂੰ। ਖਵੀਸ ਐਸਾ ਇੱਕ ਹੈ ਜੇ ਚਿੰਬੜ ਜੇ ਫਿਰ ਲੈਂਦਾ ਨਹੀਂ ਛੇਤੀ, ਤੇ ਨਾ ਹੀ ਇਹ ਕਿਸੇ ਗੱਲ ਨਾਲ ਸੈੱਟ ਹੀ ਹੁੰਦਾ। ਇਹ ਖਵੀਸ ਵਾਂਗੂ ਚਿੰਬੜ ਗਏ, ਹਰੇਕ ਗੱਲ ਇਉਂ ਬੋਲਦੇ ਨੇ। ਕਹਿੰਦੇ ਤੁਸੀਂ ਜਿਹੜਾ ਇਹ ਕਿਹਾ ਕਿ ਤੀਰਥ ਤਪ ਦਇਆ ਦਤ ਦਾਨ, ਇਹਦੇ ਨਾਲ ਹੰਕਾਰ ਹੋ ਜਾਂਦਾ, ਤਿਲ ਜਿੰਨਾ ਹੀ ਮਾਣ ਮਿਲਦਾ। ਕੀ ਜਿਹੜੇ ਨਾਮ ਜਪਣ ਵਾਲੇ ਨੇ, ਨਾਮ ਨੂੰ ਸੁਣਦੇ ਨੇ, ਮੰਨਦੇ ਨੇ, ਕਮਾਉਂਦੇ ਨੇ, ਜਦੋਂ ਉਹਨਾਂ ਦਾ ਹਿਰਦਾ ਸਾਫ਼ ਹੋਣ ਲੱਗ ਜਾਂਦਾ ਫਿਰ ਉਹਨਾਂ ਨੂੰ ਹੰਕਾਰ ਨਹੀਂ ਹੁੰਦਾ। ਸਾਨੂੰ ਤਾਂ ਤੁਸੀਂ ਕਹਿਤਾ ਹੰਕਾਰ ਹੋ ਜਾਊਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੁਹਾਡੇ ਵਾਂਗੂ ਨਹੀਂ ਨਾ ਹੁੰਦੇ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈ, ਲੋਕਾਂ ਤੋਂ ਮੱਥੇ ਟਿਕਾ ਲਏ ਤੇ ਬਣ ਕੇ ਬੈਠ ਗਏ ਇੱਥੇ ਸਾਧੂ ਬਾਬਾ। ਜਿਹੜੇ ਭਾਈ ਨਾਮ ਜਪਣ ਵਾਲੇ ਹੁੰਦੇ ਨੇ, ਜਿਉਂ-ਜਿਉਂ ਉਹਨਾਂ ਦੇ ਅੰਦਰ ਸ਼ੁੱਧਤਾ ਆਉਂਦੀ ਹੈ, ਤਿਉਂ-ਤਿਉਂ ਨਿਮਰਤਾ ਵੀ ਆਉਂਦੀ ਹੈ। ਉਹ ਵਾਹਿਗੁਰੂ ਅੱਗੇ ਇਹ ਕਹਿੰਦੇ ਨੇ, ਸਭ ਗੁਣ ਤੇਰੇ ਮੈਂ ਨਾਹੀ ਕੋਏ। हे ਅਕਾਲ ਪੁਰਖ, ਸਾਰੇ ਗੁਣ ਜਿਹੜੇ ਮੇਰੇ ਅੰਦਰ ਨੇ ਇਹ ਸਭ ਤੇਰੇ ਹੀ ਦਿੱਤੇ ਹੋਏ ਨੇ, ਮੈਂ ਤਾਂ ਕੁਝ ਵੀ ਨਹੀਂ ਹਾਂ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਉਗੈ, ਸਰਗੁਣ ਕੇਲ ਕਰਤੇ ਵਿੱਚ ਸੁਆਮੀ ਮੇਰਾ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤਾਂ ਨਿਰਗੁਣੇ ਆ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਸਾਹਿਬ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਚਾਰਨ ਕੀਤਾ ਤਾਂ ਇਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰੂ ਸੱਜਣ ਮਿਲਿਆ,
ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਜਿਨ੍ਹਾਂ ਵੀ ਪਿਆਰਿਆਂ ਨੂੰ ਗੁਣ ਮਿਲੇ ਨੇ ਉਹਨਾਂ ਨੇ ਨਿਮਰਤਾ ਨਾਲ ਇਹੀ ਕਿਹਾ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ। ਮਹਾਰਾਜ ਮੈਂ ਤਾਂ ਕੁਛ ਵੀ ਨਹੀਂ ਹਾਂ। ਭੱਟਾ ਨੇ ਕਿਹਾ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਏ। ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ। ਇਉਂ ਸਿੱਧੋ ਆਪਣੇ ਮਨ ਦੇ ਅੰਦਰ ਭਾਈ ਹੰਕਾਰ ਨਹੀਂ ਕਰਦੇ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਨਿਮਰਤਾ ਵਿੱਚ ਆ ਜਾਂਦੇ ਨੇ, ਨੀਵੇਂ ਹੋ ਜਾਂਦੇ ਨੇ। ਉਹ ਇਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਦੇ ਦੋ ਅਰਥ ਨੇ। ਇੱਕ ਤਾਂ ਗੁਣ ਹੁੰਦਾ ਸਤ ਸੰਤੋਖ ਦਇਆ ਧਰਮ ਵਿਚਾਰ, ਇੱਕ ਗੁਣ ਉਪਕਾਰ ਨੂੰ ਕਹਿੰਦੇ ਨੇ, ਪਰ ਉਪਕਾਰ। ਨਾਨਕ ਨਿਰਗੁਣ ਗੁਣ ਕਰੇ। ਇਸੇ ਪ੍ਰਕਾਰ ਬਿਨ ਗੁਣ ਕੀਤੇ ਭਗਤ ਨਾ ਹੋਏ। ਉਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੇ ਤੁਸੀਂ ਸਾਡੇ ਤੇ ਪਰਉਪਕਾਰ ਨਾ ਕਰਦੇ, ਮਨੁੱਖਾ ਜਨਮ ਨਾ ਦਿੰਦੇ, ਗੁਰਬਾਣੀ ਨਾ ਦਿੰਦੇ, ਸੰਗਤ ਨਾ ਦਿੰਦੇ, ਫਿਰ ਅਸੀਂ ਇੱਥੇ ਅੱਜ ਇੱਥੇ ਹੁਣ ਗੁਰਦੁਆਰਾ ਸਾਹਿਬ, ਇੱਥੇ ਗੁਰਦੁਆਰਾ ਸਾਹਿਬ ਥੋੜੀ ਹੋਣਾ ਸੀ। ਇੱਥੇ ਤਾਂ ਬੜਾ ਵੱਡਾ ਛੱਪੜ ਸੀ ਪਹਿਲਾਂ, ਪਾਣੀ ਪਾਣੀ ਖੜਾ ਹੁੰਦਾ ਸੀ, ਲੋਕ ਡਰਦੇ ਲੰਘਦੇ ਨਹੀਂ ਸੀ ਹੁੰਦੇ। ਇਹ ਤੁਹਾਡੀ ਕਿਰਪਾ ਨਾਲ ਇੰਨਾ ਸੋਹਣਾ ਸਥਾਨ ਬਣ ਗਿਆ ਹੈ ਮਹਾਰਾਜ। ਇਹ ਪਰਉਪਕਾਰ ਹੀ ਹੈ ਤੁਹਾਡਾ। ਜਿੱਥੇ ਚਰਨ ਪਾ ਦਿੱਤੇ ਉੱਥੇ ਰੌਣਕਾਂ ਲਾਤੀਆਂ, ਧੁਰ ਕੀ ਬਾਣੀ ਪ੍ਰਗਟ ਕਰ ਦਿੱਤੀ। ਇਸ ਕਰਕੇ ਮਹਾਰਾਜ ਕਹਿੰਦੇ ਜੇ ਭਗਤੀ ਵਾਲੇ ਬੰਦੇ ਹਮੇਸ਼ਾ ਪਰਮਾਤਮਾ ਨੂੰ ਕਹਿੰਦੇ ਸੱਚੇ ਪਾਤਸ਼ਾਹ ਤੇਰਾ ਹੀ ਪਰਉਪਕਾਰ ਹੈ ਸਾਡੇ ਉੱਤੇ, ਬਿਨਾਂ ਗੁਣਾਂ ਤੋਂ ਭਗਤੀ ਹੋ ਨਹੀਂ ਸਕਦੀ। ਇਸ ਕਰਕੇ ਰੱਬ ਦੇ ਪਿਆਰੇ ਆਪਣੇ ਅੰਦਰ ਸ਼ੁਭ ਗੁਣ ਪ੍ਰਗਟ ਕਰਦੇ ਨੇ ਤੇ ਰੱਬ ਨੂੰ ਇਹ ਕਹਿੰਦੇ ਨੇ ਸਭ ਗੁਣ ਤੇਰੇ, ਗੁਣ ਸਾਰੇ ਤੇਰੇ ਹੀ ਨੇ, ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਬਿਨਾਂ ਗੁਣ ਪਰਉਪਕਾਰ ਕੀਤਿਆਂ ਤੇਰੇ, ਪਰਉਪਕਾਰ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਆ ਇੱਕ ਪਰਉਪਕਾਰ ਹੈ। ਆਮ ਕਹਿੰਦੇ ਸਿੱਖ ਪੰਥ ਵਿੱਚ ਫ੍ਰੀ ਲਿਟਰੇਚਰ ਨਹੀਂ ਵੰਡਿਆ ਜਾਂ ਇੱਥੇ ਹੁਣ ਇੰਨਾ ਕੁਝ ਤਾਂ ਫ੍ਰੀ ਹੈ। ਅਸਲ ਵਿੱਚ ਫ੍ਰੀ ਕਰਦਿਆਂ ਸਭ ਫ੍ਰੀ ਹੋ ਜਾਂਦਾ ਕੰਮ। ਫਿਰ ਜਿਵੇਂ ਨਟ ਫ੍ਰੀ ਹੋ ਜਾਂਦੇ ਆ, ਸਭ ਫ੍ਰੀ ਹੋ ਜਾਂਦੇ ਨੇ। ਬਹੁਤਾ ਫ੍ਰੀ ਵੀ ਨਹੀਂ ਕਰਨਾ ਚਾਹੀਦਾ, ਫ੍ਰੀ ਚੀਜ਼ ਦੀ ਕਦਰ ਨਹੀਂ ਹੁੰਦੀ। ਸੋ ਕਿਸੇ ਮਹਾਤਮਾ ਨਾਲ ਸਾਡੇ ਵਚਨ ਚੱਲਦੇ ਸੀ, ਕਹਿੰਦੇ ਪੋਥੀਆਂ ਛਪਾ ਕੇ ਸੰਗਤ 'ਚ ਆਪਾਂ ਨੇ ਕੁਝ ਵੰਡਣੀਆਂ ਨੇ, ਛਪਾ ਵੀ ਲਈਆਂ, ਅਸੀਂ ਕਾਫੀ ਪੈਸੇ ਲਾਗੇ ਸੀਗੇ ਨਿਤਨੇਮ ਦੇ, ਰਹਿ ਰਾਸ ਕੀਰਤਨ ਸੋਲੇ ਤੱਕ ਨਿਤਨੇਮ ਛਾਪਣਾ। ਮੈਂ ਐਵੇਂ ਖੁਸ਼ੀ ਜੀ ਚ ਆ ਕੇ ਕਿਹਾ ਮੈਂ ਜੀ ਆਪਾਂ ਸੰਗਤ ਨੂੰ ਐਸੇ ਵੰਡ ਦਿੰਦੇ ਆ। ਕਹਿੰਦੇ ਵੰਡ ਤਾਂ ਦੇ, ਇੱਥੇ ਸਾਰੇ ਲੈ ਜਾਣਗੇ, ਜਾ ਕੇ ਘਰਾਂ 'ਚ ਰੱਖ ਦੇਣੇ ਆ, ਕਦਰ ਨਹੀਂ ਕਰਨੀ ਕਿਸੇ ਨੇ। ਕਹਿੰਦੇ ਜਦ ਬੰਦੇ ਦੇ ਕਿਸੇ ਚੀਜ਼ ਤੇ ਪੈਸੇ ਲੱਗੇ ਹੋਣ ਮਾੜੇ ਮੋਟੇ, ਫਿਰ ਉਹ ਕਦਰ ਕਰਦਾ। ਕਹਿੰਦੇ ਟੀਵੀ ਤੇ ਪੈਸੇ ਲੱਗੇ ਉਹ ਤੇ ਕੱਪੜਾ ਪਾ ਕੇ ਰੱਖਦੇ ਲੋਕ। ਜਿੰਨਾ ਮਹਿੰਗਾ ਕੰਪਿਊਟਰ ਹੈ, ਕੰਪਿਊਟਰ ਉੱਤੇ ਵੀ ਕਿੰਨਾ ਸੋਹਣਾ ਕੱਪੜਾ ਪਾਇਆ ਹੁੰਦਾ ਤੇ ਉਹਦਾ ਕਮਰਾ ਵੀ ਸਪੈਸ਼ਲ ਬਣਾਇਆ ਜਾਂਦਾ, ਏਅਰ ਕੰਡੀਸ਼ਨ। ਜਿੱਥੇ ਜ਼ਿਆਦਾ ਕੰਪਿਊਟਰ ਹੋਣ ਫਿਰ ਉੱਥੇ ਕਹਿੰਦੇ ਡਸਟ ਨਹੀਂ ਜਾਣਾ ਚਾਹੀਦਾ। ਤੇ ਮਹਾਰਾਜ ਦੇ ਉੱਤੇ ਭਾਵੇਂ ਘੱਟਾ ਪਈ ਜਾਵੇ, ਪੋਥੀਆਂ ਤੇ ਘੱਟਾ ਪਈ ਜਾਵੇ, ਕੋਈ ਗੱਲ ਨਹੀਂ, ਕੰਪਿਊਟਰ ਤੇ ਨਹੀਂ ਘੱਟਾ ਪੈਣਾ ਚਾਹੀਦਾ। ਇਸ ਕਰਕੇ ਕਹਿੰਦੇ ਆਪਣੀ ਜਿੰਨੀ ਲਾਗਤ ਆਈ ਆ ਆਪਾਂ ਉਹਨਾਂ ਤਾਂ ਲਈਏ, ਉਹ ਤਾਂ ਗੁਰੂ ਘਰ ਚੋਂ ਹੀ ਲੱਗਿਆ, ਆਪਾਂ ਉਹਦੇ ਨਾਲ ਫਿਰ ਹੋਰ ਛਪਾ ਸਕਦੇ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਆਪਣੇ ਤੇ ਪਰਉਪਕਾਰ ਕਰਦੇ ਨੇ। ਇੰਨਾ ਵੱਡਾ ਸਥਾਨ ਹੈ, ਇਹਦਾ ਕੁਛ ਨਹੀਂ ਲਿਆ ਕਿਸੇ ਤੋਂ। ਕਥਾ ਕੀਰਤਨ ਦਾ ਕੋਈ ਮੁੱਲ ਨਹੀਂ ਹੈ। ਭਾਵੇਂ ਕੋਈ ਕੁਛ ਵੀ ਦੇ ਜਾਵੇ, ਭਾਵੇਂ ਕੁਛ ਵੀ ਦੇ ਦੇਵੇ, ਕਿਸੇ ਕਥਾ ਕੀਰਤਨ ਦਾ ਕੋਈ ਮੁੱਲ ਹੈ ਹੀ ਨਹੀਂ। ਜਿੰਨੀ ਗੁਰਬਾਣੀ ਇਹਦਾ ਕੋਈ ਮੁੱਲ ਨਹੀਂ ਹੈ। ਕਿਸੇ ਵੀ ਚੀਜ਼ ਦਾ ਇੱਥੇ ਕੋਈ ਮੁੱਲ ਨਹੀਂ। ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀਏ ਮੁੱਲ ਭੰਡਾਰ, ਸਾਰੀਆਂ ਚੀਜ਼ਾਂ ਮੁੱਲ ਮਹਾਰਾਜ ਦੇ ਖਜ਼ਾਨੇ 'ਚ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਦੇ ਅੱਗੇ ਨੀਵੇਂ ਹੋ ਕੇ ਆਖੋ ਕਿ ਤੇਰੇ ਉਪਕਾਰ ਤੋਂ ਬਿਨਾਂ ਅਸੀਂ ਭਗਤੀ ਨਾ ਸੀ ਕਰ ਸਕਦੇ। ਗੁਰੂ ਨਾਨਕ ਦੇਵ ਜੀ ਇਹ ਤਾਂ ਜਦ ਦੇ ਤੁਸੀਂ ਆਏ ਹੋ ਉਦੋਂ ਦੀ ਕਿਰਪਾ ਹੋਈ ਹੈ, ਨਹੀਂ ਤਾਂ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਇਸ ਕਰਕੇ ਤੁਹਾਡੀ ਮਿਹਰ ਹੋਈ ਹੈ ਸੱਚੇ ਪਾਤਸ਼ਾਹ, ਆਪ ਜੀ ਦੀ ਕਿਰਪਾ ਹੋਈ ਹੈ। ਸਵਸਤ ਆਥ
ਸਵਸਤ ਹੁੰਦਾ ਕਲਿਆਣ ਸਰੂਪ ਹੈ, ਆਪ ਤੋਂ ਭਾਵ ਹੈ ਜੋ ਵਾਹਿਗੁਰੂ। ਉਸ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕਿਵੇਂ ਕੀਤੀ ਮਹਾਰਾਜ ਜੀ? ਬਾਣੀ ਬਰਮਾਓ, ਕਹਿੰਦੇ ਸਾਰਿਆਂ ਨਾਲੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਾਣੀ ਜਿਹੜੀ ਆ ਨਾ ਬਰਮਾਓ ਉਚਾਰਨ ਕੀਤੀ। ਕਲਿਆਣ ਸਰੂਪ, ਸਵਸਤ ਦਾ ਭਾਵ ਹੈ ਕਲਿਆਣ ਸਰੂਪ, ਆਤ ਦਾ ਮਤਲਬ ਹੈ ਜੋ ਵਾਹਿਗੁਰੂ ਕਲਿਆਣ ਸਰੂਪ ਹੈ। ਉਹਨੇ ਸਾਰਿਆਂ ਨਾਲੋਂ ਪਹਿਲਾਂ ਬਾਣੀ ਬਰਮਾਓ ਤੋਂ ਭਾਵ ਉਚਾਰਨ ਕੀਤੀ ਹੈ। ਕੀ ਉਚਾਰਨ ਕੀਤੀ ਹੈ? ਓੰਕਾਰ। ਓੰਕਾਰ ਕਹਿੰਦਿਆਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਇੱਕੋ ਹੀ ਬਚਨ ਕੀਤਾ ਉਹਨੇ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਇਸ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਨੇ ਸਵਸਤ ਕਲਿਆਣ ਸਰੂਪ ਵਾਹਿਗੁਰੂ ਨੇ, ਆਤ ਦਾ ਮਤਲਬ ਹੈ ਮਾਇਆ ਦੂਜੇ ਭਾਵ ਦੇ ਵਿੱਚ, ਕਿਉਂਕਿ ਇੱਕੋ ਹੀ ਭਾਵ ਨਹੀਂ ਆਉਂਦਾ ਹਰੇਕ ਗੱਲ ਵਿੱਚ। ਇਹ ਆਥ ਜੇ ਸਾਰੀ ਗੁਰਬਾਣੀ ਪੜ੍ਹੀਏ ਤਾਂ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ। ਇਹ ਮਹਾਰਾਜ ਨੇ ਆਥ ਮਾਇਆ ਨੂੰ ਕਿਹਾ। ਆਥ ਹੋਏ ਤਾਂ ਮੁਗਧ ਸਿਆਣਾ। ਜੇ ਆਥ ਦਾ ਮਤਲਬ ਹੈ ਮਾਇਆ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਆਥ ਹੋਏ ਤਾਂ ਮੁਗਧ ਸਿਆਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ 52 ਅੱਖਰੀ ਦੱਖਣੀ ਓੰਕਾਰ ਸਿੱਧ ਗੋਸ਼ਟ ਵਿੱਚ ਆਥ ਅੱਖਰ ਵਰਤਿਆ ਗੁਰੂ ਨਾਨਕ ਦੇਵ ਜੀ ਨੇ। ਤਾਂ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਕਲਿਆਣ ਸਰੂਪ ਨੇ ਸਾਰੇ ਨਾਲੋਂ ਪਹਿਲਾਂ ਬਣਾਈ ਮਾਇਆ। ਜਦੋਂ ਬਚਨ ਕੀਤੇ ਨਾ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ ਤਾਂ ਮਾਇਆ ਬਣ ਗਈ। ਮਾਇਆ ਨਾਲ ਸਾਰੀ ਸ੍ਰਿਸ਼ਟੀ ਦੀ ਇੱਕਦਮ ਰਚਨਾ ਹੋ ਗਈ। ਫਿਰ ਸਿੱਧ ਕਹਿਣ ਲੱਗੇ ਮਹਾਰਾਜ ਫੇਰ ਤਾਂ ਪਰਮੇਸ਼ਰ ਬਦਲ ਗਿਆ ਹੋਣਾ, ਕਿਉਂਕਿ ਜਦੋਂ ਬੰਦੇ ਦੇ ਅੱਗੇ ਔਲਾਦ ਹੋ ਜਾਏ ਫਿਰ ਹੌਲੀ ਹੌਲੀ ਵਡੇਪਾ ਆ ਜਾਂਦਾ ਉਹਦੇ ਤੇ। ਜਦੋਂ ਉਹਨੇ ਸ੍ਰਿਸ਼ਟੀ ਬਣਾਈ, ਮਾਇਆ ਰਚ ਲਈ ਵਾਹਿਗੁਰੂ ਅਕਾਲ ਪੁਰਖ ਨੇ, ਤਾਂ ਬਦਲ ਗਿਆ ਹੋਣਾ। ਸੋ ਜਿਵੇਂ ਆਮ ਸੰਸਾਰ ਦੇ ਲੋਕ ਬਦਲ ਜਾਂਦੇ ਨੇ, ਫਿਰ ਉਹਨੂੰ ਪਹਿਲਾਂ ਲੜਕਾ ਕਿਹਾ ਜਾਂਦਾ, ਫਿਰ ਉਹਨੂੰ ਪਤੀ ਬਣ ਜਾਂਦਾ, ਫਿਰ ਉਹ ਪਿਤਾ ਬਣ ਜਾਂਦਾ, ਫਿਰ ਉਹ ਦਾਦਾ ਦਾਨਾ ਬਣ ਜਾਂਦਾ। ਮਹਾਰਾਜ ਕਹਿੰਦੇ ਨਹੀਂ, ਪਰਮੇਸ਼ਰ ਵਿੱਚ ਪ੍ਰਣੰਗਵਾਦ ਨਹੀਂ ਹੈ, ਉਹ ਵਿਵਰਤਵਾਦ ਹੈ। ਉਹਦੇ 'ਚ ਪ੍ਰਣੰਗਵਾਦ ਹੁੰਦਾ ਦੁੱਧ ਤੋਂ ਦਹੀਂ ਬਣ ਸਕਦਾ, ਪਰ ਦਹੀਂ ਤੋਂ ਵਾਪਸ ਦੁੱਧ ਨਹੀਂ ਬਣ ਸਕਦਾ। ਇਹਨੂੰ ਪ੍ਰਣੰਗਵਾਦ ਕਹਿੰਦੇ ਨੇ। ਇਹ ਦੁਨੀਆ ਵਿੱਚ ਪ੍ਰਣੰਗਵਾਦ ਵਰਤਦਾ ਹੈ। ਇਹ ਉਹਨਾਂ ਦੀ ਬੋਲੀ ਵਿੱਚ ਉਹਨਾਂ ਨੂੰ ਸਮਝਾਉਣ ਲਈ ਦੱਸ ਰਹੇ ਨੇ। ਇੱਕ ਹੁੰਦਾ ਵਿਵਰਤਵਾਦ। ਵਿਵਰਤਵਾਦ ਉਹ ਹੁੰਦਾ ਜੇ ਸੋਨਾ ਸੋਨੇ ਤੋਂ ਗਹਿਣੇ ਬਣਾਏ, ਹੁਣ ਨਹੀਂ ਜੀ ਕਰਦਾ ਪਾਉਣ ਨੂੰ, ਭੰਗਲਾ ਕੇ ਫੇਰ ਇੱਟ ਜੀ ਬਣਾ ਕੇ ਰੱਖ ਦਿਓ। ਉਹ ਪਹਿਲਾਂ ਵੀ ਸੋਨਾ ਸੀ, ਬਾਅਦ ਵਿੱਚ ਵੀ ਸੋਨਾ ਹੀ ਆ, ਫੇਰ ਉਹ ਅਜੇ ਬਣ ਗਿਆ ਉਹ। ਇਹਨੂੰ ਵਿਵਰਤਵਾਦ ਕਹਿੰਦੇ। ਉਹ ਪਰਮੇਸ਼ਰ ਦਾ ਸਰੂਪ ਦੱਸਦਿਆਂ ਹੁਣ ਕਹਿੰਦੇ ਨੇ ਉਹ ਵਾਹਿਗੁਰੂ ਕਦੇ ਵੀ ਨਹੀਂ ਬਦਲਦਾ। ਉਹ ਉਹੋ ਜਿਹਾ ਹੀ ਰਹਿੰਦਾ ਜਿਹਾ ਜਿਹਾ ਅੱਜ ਤੋਂ ਪਹਿਲਾਂ ਸੀ, ਜਿਹਾ ਜਿਹਾ ਅੱਜ ਹੈ, ਇਹੋ ਜਿਹਾ ਉਹਨੇ ਸਦਾ ਹੀ ਅੱਗੇ ਵਾਸਤੇ ਰਹਿਣਾ। ਉਹਦਾ ਇਹੀ ਸਰੂਪ ਹੈ, ਕਦੇ ਬਦਲਦਾ ਨਹੀਂ ਹੈ। ਸਤ, ਉਹ ਵਾਹਿਗੁਰੂ ਸਤ ਹੈ ਤਿੰਨਾਂ ਕਾਲਾਂ ਵਿੱਚ ਹੀ। ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ। ਤਿੰਨਾਂ ਕਾਲਾਂ ਵਿੱਚ ਸੱਤ ਹੀ ਸੱਤ ਹੈ। ਚਾਰੇ ਕਾਲ ਬਣਦੇ ਨੇ, ਇੱਕ ਸੰਧੀ ਕਾਲ ਹੁੰਦਾ। ਇਹ 4 ਵਾਰੀ ਤਾਂ ਲਿਖਿਆ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ, ਕਿਉਂਕਿ ਸੰਧੀ ਕਾਲ ਹੁੰਦਾ ਇੱਕ। 3 ਕਾਲ ਤਾਂ ਵੈਸੇ ਸਾਰਿਆਂ ਨੂੰ ਹੀ ਪਤਾ ਨੇ। ਸੋ ਸਤਿਗੁਰੂ ਮਹਾਰਾਜ ਕਹਿੰਦੇ ਉਹ ਸਤ ਸਰੂਪ ਹੈ, ਸੁਹਾਣ ਚੇਤਨ ਸਰੂਪ ਹੈ। ਇਹ ਰੂਪ ਉਹਦਾ ਸਦਾ ਹੀ ਰਹਿੰਦਾ ਹੈ। ਤਿੰਨਾਂ ਕਾਲਾਂ ਵਿੱਚ ਸਤ ਰਹਿਣਾ, ਸੁਹਾਣ ਚੇਤਨ, ਹਮੇਸ਼ਾ ਚੇਤਨ। ਬੰਦਾ ਤਾਂ ਇੱਕ ਟਾਈਮ ਜੜ ਵੀ ਹੋ ਜਾਂਦਾ, 4 ਜਾਣੇ ਚੁੱਕ ਕੇ ਲੈ ਕੇ ਜਾਂਦੇ, ਫਿਰ ਹਰੇਕ ਚੀਜ਼ ਜੜ ਹੋ ਜਾਂਦੀ, ਪੰਛੀ ਜੜ ਹੋ ਜਾਂਦਾ ਇੱਕ ਦਿਨ। ਪਰ ਪਰਮਾਤਮਾ ਜਿਹੜਾ ਚੇਤਨ ਸੱਤਾ ਦੇਣ ਵਾਲਾ, ਉਹ ਹਮੇਸ਼ਾ ਚੇਤਨ ਹੀ ਰਹਿੰਦਾ ਹੈ। ਸਦਾ ਮਨ ਚਾਓ, ਸਦਾ ਮਨ ਚਾਓ ਦਾ ਮਤਲਬ ਹੈ ਆਨੰਦ ਸਰੂਪ ਹੈ ਵਾਹਿਗੁਰੂ। ਸਤ ਚੇਤਨ ਆਨੰਦ ਸਰੂਪ ਰਹਿੰਦਾ ਹਮੇਸ਼ਾ ਹੀ। ਨਾ ਉਹ ਸ੍ਰਿਸ਼ਟੀ ਦੇ ਬਣਾਉਣ ਤੋਂ ਇਹ ਕਹਿ ਦੋ ਕਿ ਬਦਲ ਜਾਏਗਾ, ਜਾਂ ਪਹਿਲਾਂ ਹੋਰ ਸੀ, ਜਾਂ ਸ੍ਰਿਸ਼ਟੀ ਖਤਮ ਹੋ ਗਈ ਤਾਂ ਹੋਰ ਬਣ ਗਿਆ।
ਜਾਂ ਉਹ ਵਾਹਿਗੁਰੂ ਫਿਰ ਚੜ੍ਹਾਈ ਕਰ ਗਿਆ, ਫਿਰ ਉਹਦੀ ਜਗ੍ਹਾ ਤੇ ਉਹਦਾ ਪੁੱਤਰ ਬਣ ਗਿਆ ਵਾਹਿਗੁਰੂ। ਐਸਾ ਨਹੀਂ ਹੈ। ਵਾਹਿਗੁਰੂ ਤਿੰਨਾਂ ਕਾਲਾਂ ਵਿੱਚ ਹੀ ਸਤ ਸਰੂਪ ਰਹਿੰਦੇ ਨੇ, ਸਦਾ ਹੀ ਖੁਸ਼ ਰਹਿੰਦੇ ਨੇ, ਸਦਾ ਹੀ ਖੇੜੇ ਰਹਿੰਦੇ ਨੇ, ਸਦਾ ਹੀ ਚੇਤਨ ਰੂਪ ਰਹਿੰਦੇ ਨੇ। ਉਹ ਤਾਂ ਮਾਇਆ ਤੋਂ ਨਿਰਲੇਪ ਨੇ। ਉੱਥੇ ਤੱਕ ਤਾਂ ਜਿਵੇਂ ਆਪਾਂ ਸੋਚ ਲੈਂਦੇ ਹਾਂ ਕਈ ਵਾਰੀ 10 ਸਰੂਪਾਂ ਬਾਰੇ, ਆਪਾਂ ਆਮ ਦੁਨਿਆਵੀ ਬੰਦੇ ਅੰਦਾਜ਼ਾ ਲਾਉਣ ਲੱਗ ਜਾਂਦੇ ਆ। ਉਹ ਤਾਂ ਮਾਇਆ ਤੋਂ ਵੈਸੇ ਹੀ ਨਿਰਲੇਪ ਨੇ। ਉਹ ਸਰੂਪ ਨਿਰਮਲ ਸਰੂਪ ਹੈ। ਉਹਨਾਂ ਤੋਂ ਤਾਂ ਮਾਇਆ ਪਤਾ ਨਹੀਂ ਕਿੰਨੀ ਕਿੰਨੀ ਦੂਰ ਹੀ ਰਹਿੰਦੀ ਹੈ, ਉਹਨਾਂ ਤੇ ਤਾਂ ਮਾਇਆ ਦਾ ਪ੍ਰਭਾਵ ਹੁੰਦਾ ਹੀ ਨਹੀਂ। ਤੇ ਆਪਾਂ ਉਹਨਾਂ 'ਚ ਆਪਣੀਆਂ ਗੱਲਾਂ ਕਿਵੇਂ ਕਲਪ ਸਕਦੇ ਹਾਂ? ਬੰਦਿਆਂ ਵਾਲੀਆਂ ਗੱਲਾਂ ਕਿਵੇਂ ਕਲਪ ਸਕਦੇ ਹਾਂ ਮਹਾਰਾਜ ਦੇ ਵਿੱਚ ਆਪਾਂ, ਜਦੋਂ ਮਾਇਆ ਇਹਨਾਂ ਦੇ ਨੇੜੇ ਹੀ ਨਹੀਂ? ਸਾਰਿਆਂ ਸਰੂਪਾਂ ਵਿੱਚ ਮਾਇਆ ਨੂੰ ਹੱਥ ਹੀ ਨਹੀਂ ਲਾਇਆ। ਜਦੋਂ ਕੋਈ ਕਹਿ ਦੇਵੇ ਕਿ ਮਹਾਰਾਜ ਨੇ ਮਾਇਆ ਨੂੰ ਫਲਾਣੇ ਟਾਈਮ ਹੱਥ ਲਾਇਆ, ਐਸਾ ਨਹੀਂ ਕਦੇ ਹੋਇਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਸਦਾ ਹੀ ਸਤ ਸਰੂਪ ਹੈ। ਸਤ ਚੇਤਨ ਆਨੰਦ ਉਹਦਾ ਅਸਲੀ ਸਰੂਪ ਹੈ। ਬਸ ਉਹ ਇਸੇ ਸਰੂਪ ਵਿੱਚ ਹਰ ਵਕਤ ਹੀ ਰਹਿੰਦਾ ਤੇ ਆਪਾਂ ਨੂੰ ਵੀ ਉੱਥੇ ਹੀ ਲਿਜਾਣਾ ਚਾਹੁੰਦਾ ਹੈ। ਮੂਲ ਮੰਤਰ ਰਾਹੀਂ, ਗੁਰਮੰਤਰ ਰਾਹੀਂ ਆਪਾਂ ਨੂੰ ਵੀ ਵਾਹਿਗੁਰੂ ਉੱਥੇ ਹੀ ਲੈ ਕੇ ਜਾਣਾ ਚਾਹੁੰਦੇ ਨੇ ਕਿ ਸੰਸਾਰ ਦੇ ਜੀਵੋ ਤੁਸੀਂ ਵੀ ਸਤ ਚੇਤਨ ਆਨੰਦ ਹੀ ਬਣ ਜਾਓ। ਸਾਰੇ ਤੁਸੀਂ ਵੀ ਵਾਹਿਗੁਰੂ ਵਾਹਿਗੁਰੂ ਜਪ ਕੇ ਮੇਰੇ ਵਰਗੇ ਹੀ ਬਣ ਜਾਓ। ਤੁਸੀਂ ਵੀ ਤਿੰਨੇ ਕਾਲ ਸਤ ਹੋ ਜਾਓ। ਤੁਸੀਂ ਵੀ ਸਦਾ ਵਾਸਤੇ ਚੇਤਨ ਹੋ ਜਾਓ। ਤੁਸੀਂ ਵੀ ਸਦਾ ਵਾਸਤੇ ਆਨੰਦ ਵਿੱਚ ਲੀਨ ਹੋ ਜਾਓ। ਵਾਹਿਗੁਰੂ ਵਾਹਿਗੁਰੂ।